Religion Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਪਹਿਲਾ। ਹਠ ਕਰ ਮਰੈ ਨਾ ਲੇਖੈ ਪਾਵੈ, ਵੇਸ ਕਰੈ ਬਹੁ ਭਸਮ ਲਗਾਵੈ, ਨਾਮ ਵਿਸਾਰ ਬਹੁਰ ਪਛਤਾਵੈ। ਇਹਨਾਂ ਪੰਕਤੀਆਂ ਦੇ ਵਿੱਚ ਜੋਗੀਆਂ ਦੀ ਗੱਲ ਹੋ ਰਹੀ ਹੈ, ਜਿਹੜੇ ਕਿ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਹਨ, ਆਪਣੇ ਪਿੰਡੇ 'ਤੇ ਭਸਮ ਲਗਾਉਂਦੇ ਹਨ। ਤਾਂ ਗੁਰੂ ਜੀ ਕਹਿੰਦੇ ਕਿ ਆਪਣੇ ਮਨ ਦੇ ਹੱਠ ਦੇ ਵਿੱਚ ਆ ਕੇ, ਮਨ ਦੀ ਜ਼ਿੱਦ ਦੇ ਵਿੱਚ ਆ ਕੇ ਮਰਦੇ ਨੇ, ਆਪਣੇ ਆਪ ਨੂੰ ਔਖਾ ਕਰਦੇ ਨੇ। ਪਰ ਇਹ ਸਾਰੀਆਂ ਗੱਲਾਂ ਕਿਸੇ ਲੇਖੇ ਦੇ ਵਿੱਚ ਨਹੀਂ ਪੈਂਦੀਆਂ। ਲੇਖਾ ਕੀ ਕਿ ਜੇਕਰ ਮੈਂ ਅਜਿਹਾ ਕਰਾਂਗਾ ਤਾਂ ਮੈਨੂੰ ਇਹ ਨਤੀਜਾ ਮਿਲੇਗਾ। ਇਹ ਇੱਕ ਹਿਸਾਬ ਕਿਤਾਬ ਬਣ ਜਾਂਦਾ ਹੈ ਕਿ ਮੈਂ ਇਹ ਕਰਾਂਗਾ ਤਾਂ ਮੈਨੂੰ ਇਹ ਨਤੀਜਾ ਮਿਲੇਗਾ, ਇਹ ਕਰਾਂਗਾ ਤਾਂ ਮੈਨੂੰ ਇਹ ਨਤੀਜਾ ਮਿਲੇਗਾ। ਤਾਂ ਜੋ ਜੋਗੀ ਹਨ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਨੇ। ਵੇਸ ਕਰੈ ਬਹੁ ਭਸਮ ਲਗਾਵੈ, ਬੜੇ ਪ੍ਰਕਾਰ ਦੇ ਭੇਖ ਕਰਦੇ ਨੇ, ਆਪਣੇ ਪਿੰਡੇ 'ਤੇ ਭਸਮ ਲਗਾਉਂਦੇ ਨੇ। ਕਾਹਦੇ ਲਈ? ਤਾਂ ਕਿ ਉਹਨਾਂ ਨੂੰ ਮੁਕਤੀ ਹਾਸਲ ਹੋ ਸਕੇ। ਉਹਨਾਂ ਦੇ ਮਨ ਦੇ ਵਿੱਚ ਇੱਕ ਲੇਖਾ ਤਿਆਰ ਹੁੰਦਾ ਹੈ ਕਿ ਜੇਕਰ ਅਸੀਂ ਆਪਣੇ ਸਰੀਰ ਨੂੰ ਕਸ਼ਟ ਦੇਵਾਂਗੇ, ਪਿੰਡੇ 'ਤੇ ਭਸਮ ਲਗਾਵਾਂਗੇ, ਭੇਖ ਕਰਾਂਗੇ ਤਾਂ ਸਾਨੂੰ ਮੁਕਤੀ ਹਾਸਲ ਹੋ ਜਾਏਗੀ। ਪਰ ਗੁਰੂ ਜੀ ਕਹਿੰਦੇ ਨਾ ਲੇਖਾ ਪਾਵਾ ਕਿ ਇਹ ਗੱਲਾਂ ਕਿਸੇ ਲੇਖੇ 'ਚ ਨਹੀਂ ਪੈਂਦੀਆਂ। ਜਿਹੜੇ ਤੁਸੀਂ ਸਰੀਰ ਨੂੰ ਕਸ਼ਟ ਦੇ ਰਹੇ ਹੋ, ਇਹਨਾਂ ਕਸ਼ਟਾਂ ਦੇ ਨਾਲ ਤੁਸੀਂ ਵਿਕਾਰਾਂ ਤੋਂ ਮੁਕਤੀ ਨਹੀਂ ਪਾ ਸਕਦੇ। ਵਿਕਾਰਾਂ ਤੋਂ ਮੁਕਤੀ ਪਾਉਣੀ ਹੈ ਤਾਂ ਪਰਮਾਤਮਾ ਦੇ ਨਾਲ ਪ੍ਰੇਮ ਪਾਉਣਾ ਪੈਂਦਾ ਹੈ। ਨਾਮ ਵਿਸਾਰ ਬਹੁਰ ਪਛਤਾਵੈ। ਨਹੀਂ ਤਾਂ ਜੇਕਰ ਤੁਸੀਂ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚੋਂ ਵਿਸਾਰੀ ਬੈਠੇ ਹੋ ਤਾਂ ਤੁਸੀਂ ਬੜਾ ਪਛਤਾਓਗੇ। ਫਿਰ ਗੁਰੂ ਜੀ ਸਾਡੇ ਵਰਗੇ ਗੁਰਮੁਖਾਂ ਨੂੰ ਹਦਾਇਤ ਕਰਦੇ ਹਨ ਕਿ ਤੂੰ ਮਨ ਹਰ ਜੀਓ, ਤੂੰ ਮਨ ਸੂਖ। ਕਿ ਹੇ ਭਾਈ, ਤੂੰ ਆਪਣੇ ਮਨ ਦੇ ਵਿੱਚ ਉਸ ਪ੍ਰਮਾਤਮਾ ਨੂੰ ਵਸਾ, ਉਸ ਪ੍ਰਮਾਤਮਾ ਦੇ ਨਾਲ ਸਾਂਝ ਕਾਇਮ ਕਰ ਤੇ ਆਪਣੇ ਮਨ ਦੇ ਵਿੱਚ ਆਤਮਿਕ ਸੁੱਖ ਮਾਣ, ਆਤਮਿਕ ਆਨੰਦ ਮਾਣ। ਨਾਮ ਵਿਸਾਰ ਸਹਿ ਜਮ ਦੂਖ ਰਹਾਓ। ਕਿਉਂਕਿ ਜਿਹੜਾ ਮਨੁੱਖ ਉਸ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚੋਂ ਵਿਸਾਰ ਦਿੰਦਾ ਹੈ, ਉਹ ਆਤਮਿਕ ਮੌਤ ਦਾ ਦੁੱਖ ਸਹਾਰਦਾ ਹੈ। ਹੁਣ ਜੋ ਪਹਿਲੀ ਪੰਕਤੀ ਸੀ ਉਹਦੇ ਵਿੱਚ ਜੋਗੀਆਂ ਦੀ ਗੱਲ ਹੋਈ, ਜਿਹੜੇ ਵਿਕਾਰਾਂ ਤੋਂ ਮੁਕਤੀ ਪਾਉਣ ਦੇ ਲਈ, ਆਪਣੇ ਮਨ ਨੂੰ ਸ਼ਾਂਤ ਸਥਿਰ ਰੱਖਣ ਦੇ ਲਈ ਸਰੀਰਕ ਕਸ਼ਟ ਆਦਿਕ ਭੇਖ ਕਰਦੇ ਨੇ। ਤੇ ਜੋ ਅਗਲੀ ਪੰਕਤੀ ਹੈ ਉਹਦੇ ਵਿੱਚ ਦੁਨਿਆਵੀ ਮਨੁੱਖਾਂ ਦੀ ਗੱਲ ਹੋਈ ਹੈ ਕਿ ਚੋਆ ਚੰਦਨ ਅਗਰ ਕਪੂਰ, ਮਾਇਆ ਮਗਨ ਪਰਮ ਪਦ ਦੂਰ, ਨਾਮ ਵਿਸਾਰਿਆ ਸਭ ਕੂੜੋ ਕੂਰ। ਕਿ ਜੋ ਦੁਨਿਆਵੀ ਮੋਹ ਦੇ ਵਿੱਚ, ਸੰਸਾਰਿਕ ਮੋਹ ਦੇ ਵਿੱਚ ਲੱਗਿਆ ਹੋਇਆ ਮਨੁੱਖ ਹੈ, ਉਹ ਆਪਣੇ ਸਰੀਰ 'ਤੇ, ਆਪਣੇ ਕੱਪੜਿਆਂ 'ਤੇ ਅਨੇਕਾਂ ਪ੍ਰਕਾਰ ਦੀਆਂ ਸੁਗੰਧੀਆਂ ਲਾਉਂਦਾ ਹੈ। ਮਾਇਆ ਦੇ ਵਿੱਚ ਮਗਨ ਰਹਿੰਦਾ ਹੈ, ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ ਦੇ ਲਈ, ਸੁਖਾਲਾ ਬਣਾਉਣ ਦੇ ਲਈ ਯਤਨ ਕਰਦਾ ਰਹਿੰਦਾ ਹੈ। ਉਹਨੂੰ ਹੁੰਦਾ ਹੈ ਕਿ ਮੈਂ ਜ਼ਿਆਦਾ ਪੈਸਾ ਕਮਾ ਲਵਾਂ ਤੇ ਮੇਰੀ ਜ਼ਿੰਦਗੀ ਜ਼ਿਆਦਾ ਸੁਖਾਲੀ ਹੋ ਜਾਏਗੀ, ਮੈਂ ਜ਼ਿਆਦਾ ਖੁਸ਼ ਰਹਿਣ ਲੱਗਾਂਗਾ। ਪਰ ਗੁਰੂ ਜੀ ਕਹਿੰਦੇ ਕਿ ਅਜਿਹਾ ਕਰਕੇ ਤੁਸੀਂ ਉੱਚੀ ਆਤਮਿਕ ਅਵਸਥਾ ਨਹੀਂ ਹਾਸਲ ਕਰ ਸਕਦੇ। ਪਰਮ ਪਦ ਤੋਂ ਤੁਸੀਂ ਬਹੁਤ ਦੂਰ ਹੋ ਜਾਂਦੇ ਹੋ ਜਿੰਨਾ ਚਿਰ ਤੁਸੀਂ ਮਾਇਆ ਦੇ ਵਿੱਚ ਮਗਨ ਰਹਿੰਦੇ ਹੋ। ਨਾਮ ਵਿਸਾਰਿਆ ਸਭ ਕੂੜੋ ਕੂਰ। ਜਦ ਤੱਕ ਪ੍ਰਮਾਤਮਾ ਦਾ ਨਾਮ ਤੁਹਾਡੇ ਮਨ ਦੇ ਵਿੱਚ ਨਹੀਂ ਵਸਿਆ ਹੋਇਆ, ਉਦੋਂ ਤੱਕ ਇਹ ਸਭ ਸੁਗੰਧੀਆਂ ਤੇ ਆਪਣੇ ਜੀਵਨ ਨੂੰ ਸੁਖਾਲਾ ਕਰਨ ਦੇ ਲਈ, ਸੁਖਾਲਾ ਬਣਾਉਣ ਦੇ ਲਈ ਕੀਤੇ ਹੋਏ ਸਾਰੇ ਯਤਨ ਕੂੜ ਨੇ, ਝੂਠ ਨੇ, ਵਿਅਰਥ ਨੇ। ਤੁਸੀਂ ਆਪਣੇ ਮਨ ਨੂੰ ਕਦੇ ਵੀ ਸ਼ਾਂਤ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਮਾਇਆ ਦੇ ਮੋਹ ਦੇ ਵਿੱਚ ਲੱਗੇ ਹੋਏ ਹੋ। ਇਹ ਚੀਜ਼ ਸੰਭਵ ਹੀ ਨਹੀਂ ਹੈ। ਜੇਕਰ ਖੁਸ਼ ਰਹਿਣਾ ਹੈ, ਸਥਿਰ ਰਹਿਣਾ ਹੈ, ਸ਼ਾਂਤ ਰਹਿਣਾ ਹੈ ਤਾਂ ਉਸ ਪ੍ਰਮਾਤਮਾ ਨੂੰ ਸਦਾ ਚੇਤੇ ਦੇ ਵਿੱਚ ਰੱਖੋ। ਪਲ ਪਲ ਉਹ ਪ੍ਰਮਾਤਮਾ ਤੁਹਾਡੇ ਚੇਤੇ ਦੇ ਵਿੱਚ ਹੋਣਾ ਚਾਹੀਦਾ ਹੈ। ਤੁਹਾਨੂੰ ਪਲ ਪਲ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਉਹ ਸਦਾ ਤੁਹਾਡੇ ਨਾਲ ਹੈ, ਸੁੱਖ 'ਚ ਵੀ ਤੇ ਦੁੱਖ 'ਚ ਵੀ।
ਨੇਜੇ ਵਾਜੇ ਤਖਤ ਸਲਾਮ ਅਦਕੀ ਤ੍ਰਿਸ਼ਨਾ ਵਿਆਪੈ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ। ਪਿਛਲੀਆਂ ਪੰਕਤੀਆਂ ਤੋਂ ਹੀ ਅੱਗੇ ਗੱਲ ਤੋਰੀ ਹੈ ਕਿ ਜੇਕਰ ਕੋਈ ਮਨੁੱਖ ਰਾਜਾ ਵੀ ਹੋਵੇ, ਤਖਤ ਤੇ ਬੈਠਾ ਹੋਵੇ, ਨੇਜਿਆਂ ਤੇ ਵਾਜਿਆਂ ਵਾਲੀਆਂ ਫੌਜਾਂ ਉਹਨੂੰ ਸਲਾਮ ਕਰਦੀਆਂ ਹੋਣ, ਤਾਂ ਵੀ ਮਨ ਸਥਿਰ ਨਹੀਂ ਹੁੰਦਾ। ਤ੍ਰਿਸ਼ਨਾਵਾਂ ਅਧਿਕ ਹੁੰਦੀਆਂ ਜਾਂਦੀਆਂ ਨੇ, ਵੱਧਦੀਆਂ ਜਾਂਦੀਆਂ ਨੇ, ਕਾਮ ਵਿਆਪਦਾ ਰਹਿੰਦਾ ਹੈ। ਬਿਨ ਹਰ ਜਾਚੇ ਭਗਤ ਨਾ ਨਾਮ। ਜਿੰਨਾ ਚਿਰ ਉਸ ਪ੍ਰਮਾਤਮਾ ਦੇ ਨਾਲ ਆਪਣਾ ਪ੍ਰੇਮ ਨਹੀਂ ਪਾ ਲੈਂਦੇ, ਉਦੋਂ ਤੱਕ ਨਾ ਉਸ ਪ੍ਰਮਾਤਮਾ ਦੀ ਭਗਤੀ ਤੁਸੀਂ ਕਰ ਪਾਓਗੇ ਸੱਚੇ ਦਿਲ ਤੋਂ, ਤੇ ਨਾ ਹੀ ਉਹਦਾ ਨਾਮ ਹਾਸਲ ਕਰ ਪਾਓਗੇ। ਉਹਦੇ ਨਾਲ ਪ੍ਰੇਮ ਹੋਣਾ ਜ਼ਰੂਰੀ ਹੈ, ਉਹਦੀ ਹੋਂਦ ਨੂੰ ਸੱਚੇ ਦਿਲੋਂ ਕਬੂਲਣਾ ਜ਼ਰੂਰੀ ਹੈ। ਤਾਂ ਹੀ ਤੁਸੀਂ ਸੱਚੇ ਦਿਲੋਂ ਉਹਦੀ ਭਗਤੀ ਕਰ ਪਾਓਗੇ, ਤਾਂ ਹੀ ਤੁਸੀਂ ਉਹਦੀਆਂ ਕਰਾਮਾਤਾਂ ਤੇ ਅਸਚਰਜ ਹੋ ਪਾਓਗੇ ਤੇ ਉਹਦੀ ਸਿਫਤ ਸਲਾਹ ਕਰ ਪਾਓਗੇ ਕਿ ਹੇ ਪ੍ਰਮਾਤਮਾ, ਤੂੰ ਕਿੱਡਾ ਵੱਡਾ ਹੈ, ਤੂੰ ਕਿਸ ਪ੍ਰਕਾਰ ਦੀ ਸ੍ਰਿਸ਼ਟੀ ਰਚ ਦਿੱਤੀ ਹੈ। ਇੰਨੀਆਂ ਗੁੰਝਲਦਾਰ ਰਚਨਾਵਾਂ ਨੇ ਇਸ ਸ੍ਰਿਸ਼ਟੀ ਦੇ ਵਿੱਚ ਕਿ ਅਸੀਂ ਹੈਰਾਨ ਹੁੰਦੇ ਹਾਂ। ਜਿਸ ਮਨੁੱਖ ਦਾ ਉਸ ਪ੍ਰਮਾਤਮਾ ਦੇ ਨਾਲ ਪ੍ਰੇਮ ਹੋਏਗਾ, ਉਹੀ ਸਹੀ ਮਾਇਨਿਆਂ ਦੇ ਵਿੱਚ ਉਹਦੀ ਰਚਨਾ ਨੂੰ ਸਮਝ ਪਾਏਗਾ, ਉਹਦੀ ਵਡਮੁੱਲਤਾ ਨੂੰ ਕਬੂਲ ਕਰ ਪਾਏਗਾ। ਵਾਦ ਅਹੰਕਾਰ ਨਾ ਹੀ ਪ੍ਰਭ ਮੇਲਾ। ਉਸ ਪ੍ਰਮਾਤਮਾ ਦੇ ਨਾਲ ਮਿਲਾਪ ਨਾ ਤਾਂ ਝਗੜੇ ਕਰਕੇ ਹਾਸਲ ਕੀਤਾ ਜਾ ਸਕਦਾ ਹੈ ਤੇ ਨਾ ਹੀ ਹੰਕਾਰ ਕਰਕੇ। ਇਸ ਪੰਕਤੀ ਦੇ ਰਾਹੀਂ ਗੁਰੂ ਜੀ ਸ਼ਾਇਦ ਵਿੱਦਿਆ ਦੇ ਹੰਕਾਰ ਦੀ ਗੱਲ ਕਰ ਰਹੇ ਹਨ ਕਿ ਕਈ ਵਾਰ ਮਨੁੱਖ ਨੂੰ ਇਹ ਹੰਕਾਰ ਹੋ ਜਾਂਦਾ ਹੈ ਕਿ ਮੈਂ ਤੇ ਬੜਾ ਵਿਦਵਾਨ ਹਾਂ, ਮੈਂ ਤੇ ਧਾਰਮਿਕ ਪੁਸਤਕਾਂ ਨੂੰ ਸਮਝਦਾ ਹਾਂ, ਇਸ ਕਰਕੇ ਮੈਂ ਤੇ ਪ੍ਰਮਾਤਮਾ ਦੇ ਬਹੁਤ ਨੇੜੇ ਹਾਂ। ਇਹ ਹੰਕਾਰ ਹੋ ਜਾਂਦਾ ਹੈ। ਗੁਰੂ ਜੀ ਕਹਿੰਦੇ ਇਸ ਹੰਕਾਰ ਦੇ ਵਿੱਚੋਂ ਵੀ ਤੁਸੀਂ ਪ੍ਰਮਾਤਮਾ ਦੇ ਨਾਲ ਮਿਲਾਪ ਹਾਸਲ ਨਹੀਂ ਕਰ ਸਕਦੇ। ਤੇ ਕਈ ਵਾਰ ਮਨੁੱਖ ਝਗੜਿਆਂ ਦੇ ਵਿੱਚ ਪੈ ਜਾਂਦਾ ਹੈ ਧਰਮਾਂ ਦੇ ਨਾਂ ਤੇ, ਧਰਮ ਦੀਆਂ ਫਿਲਾਸਫੀਆਂ ਦੇ ਨਾਂ ਤੇ, ਕਿ ਇੱਕ ਮਨੁੱਖ ਕਹਿੰਦਾ ਹੈ ਕਿ ਪ੍ਰਮਾਤਮਾ ਇਸ ਪ੍ਰਕਾਰ ਦਾ ਹੈ ਤੇ ਦੂਜਾ ਕਹਿੰਦਾ ਹੈ ਇਸ ਪ੍ਰਕਾਰ ਦਾ ਹੈ। ਦੋਨੋਂ ਆਪਸ ਦੇ ਵਿੱਚ ਝਗੜ ਰਹੇ ਨੇ। ਤਾਂ ਗੁਰੂ ਜੀ ਕਹਿੰਦੇ ਕਿ ਜਿਹੜੇ ਝਗੜ ਰਹੇ ਨੇ, ਦੋਨਾਂ 'ਚੋਂ ਕੋਈ ਵੀ ਉਸ ਪ੍ਰਮਾਤਮਾ ਦੇ ਨੇੜੇ ਨਹੀਂ ਹੈ। ਜਿਹੜਾ ਉਸ ਪ੍ਰਮਾਤਮਾ ਦੇ ਨੇੜੇ ਹੈ, ਉਹ ਤੇ ਇਹ ਗੱਲ ਕਹਿ ਜਾਏਗਾ ਕਿ ਮੈਨੂੰ ਮੇਰਾ ਪ੍ਰਮਾਤਮਾ ਜਿਵੇਂ ਦਾ ਚੰਗਾ ਲੱਗਦਾ ਹੈ, ਮੈਨੂੰ ਉਵੇਂ ਦਾ ਹੀ ਚੰਗਾ ਲੱਗਦਾ ਹੈ। ਤੈਨੂੰ ਜਿਵੇਂ ਦਾ ਚੰਗਾ ਲੱਗਦਾ ਹੈ, ਤੈਨੂੰ ਉਵੇਂ ਦਾ ਚੰਗਾ ਲੱਗਦਾ ਹੈ। ਤੈਨੂੰ ਜੋ ਚੰਗਾ ਲੱਗਦਾ ਹੈ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਆਪਣੇ ਪ੍ਰਮਾਤਮਾ ਨੂੰ ਜਾਣਦਾ ਹਾਂ ਤੇ ਮੈਂ ਉਹਦੇ ਵਿੱਚ ਖੁਸ਼ ਹਾਂ, ਤੇ ਮੇਰੀ ਤਮੰਨਾ ਹੈ ਕਿ ਤੂੰ ਤੇਰੇ ਪ੍ਰਮਾਤਮਾ ਨੂੰ ਜਾਣਦਾ ਹੋਵੇਂ ਤੇ ਤੂੰ ਉਹਦੇ ਨਾਲ ਖੁਸ਼ ਰਵੇਂ। ਉਹ ਉਸ ਪ੍ਰਮਾਤਮਾ ਦੀ ਹੋਂਦ ਨੂੰ ਸਾਬਿਤ ਕਰਨ ਦੇ ਲਈ ਝਗੜਾ ਨਹੀਂ ਕਰੇਗਾ, ਜਾਂ ਦੂਜੇ ਇਨਸਾਨ ਨੂੰ ਪ੍ਰਮਾਤਮਾ ਦੀ ਉਹ ਪਰਿਭਾਸ਼ਾ ਜਿਹੜੀ ਪਹਿਲਾ ਇਨਸਾਨ ਦੇ ਰਿਹਾ ਹੈ ਉਹਦੇ ਵਿੱਚ ਵਿਸ਼ਵਾਸ ਕਰਨ ਦੇ ਲਈ ਮਜਬੂਰ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਉਹ ਇਸ ਗੱਲ ਨੂੰ ਸਮਝੇਗਾ ਕਿ ਪ੍ਰਮਾਤਮਾ ਨੇ ਜੋ ਸਮਝ ਮੈਨੂੰ ਬਖਸ਼ੀ ਹੈ, ਮੈਂ ਉਸ ਮੁਤਾਬਕ ਉਸ ਪ੍ਰਮਾਤਮਾ ਨੂੰ ਸਮਝਦਾ ਹਾਂ, ਤੇ ਜੋ ਦੂਜੇ ਨੂੰ ਬਖਸ਼ੀ ਹੈ ਉਹ ਉਸ ਮੁਤਾਬਕ ਉਸ ਪ੍ਰਮਾਤਮਾ ਨੂੰ ਸਮਝਦਾ ਹੈ। ਨਾ ਉਹ ਗਲਤ ਹੈ, ਨਾ ਮੈਂ ਗਲਤ ਹਾਂ, ਨਾ ਉਹ ਸਹੀ ਹੈ, ਨਾ ਮੈਂ ਸਹੀ ਹਾਂ। ਸਹੀ ਗਲਤ ਦਾ ਰੌਲਾ ਹੀ ਨਹੀਂ ਹੈ, ਸਹੀ ਗਲਤ ਦਾ ਝਗੜਾ ਹੀ ਨਹੀਂ ਹੈ। ਉਹ ਇਸ ਗੱਲ ਦੇ ਵਿੱਚ ਹੀ ਮੰਨਦਾ ਹੈ ਕਿ ਜੋ ਹੈ ਉਹ ਹੈ, ਬਸ ਸਹੀ ਹੈ ਜਾਂ ਗਲਤ ਹੈ, ਉਹ ਇਹਨਾਂ ਚੱਕਰਾਂ ਦੇ ਵਿੱਚ ਪੈਂਦਾ ਹੀ ਨਹੀਂ, ਕਿਉਂਕਿ ਉਹ ਪ੍ਰਮਾਤਮਾ ਦਾ ਜੋ ਸੱਚਾ ਭਗਤ ਹੈ ਇਸ ਗੱਲ ਨੂੰ ਸਮਝਦਾ ਹੈ ਕਿ ਵਾਦ ਅਹੰਕਾਰ ਨਾ ਹੀ ਪ੍ਰਭ ਮੇਲਾ, ਮਨ ਦੇ ਪਾਵੈ ਨਾਮ ਸੁਹੇਲਾ। ਉਸ ਪ੍ਰਮਾਤਮਾ ਦਾ ਨਾਮ ਤਾਂ ਹਾਸਲ ਹੀ ਆਪਣਾ ਮਨ ਦੇ ਕੇ ਕੀਤਾ ਜਾਂਦਾ ਹੈ। ਜਦ ਤੱਕ ਅਸੀਂ ਆਪਣੇ ਮਨ ਦੇ ਨਾਲ ਉਸ ਪ੍ਰਮਾਤਮਾ ਨੂੰ ਪਰਿਭਾਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਵਾਂਗੇ, ਉਦੋਂ ਤੱਕ ਉਹਦੇ ਨਾਲ ਮਿਲਾਪ ਅਸੀਂ ਹਾਸਲ ਕਰ ਹੀ ਨਹੀਂ ਸਕਦੇ। ਦੂਜਾ ਭਾਏ ਅਗਿਆਨ ਦੁਹੇਲਾ। ਗੁਰੂ ਜੀ ਕਹਿੰਦੇ ਕਿ ਉਸ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਕਿਸੇ ਦੇ ਨਾਲ ਵੀ ਪ੍ਰੇਮ, ਦੂਜੇ ਕਿਸੇ ਦੇ ਮੋਹ ਦੇ ਵਿੱਚ ਪਏ ਰਹਿਣਾ ਦੁਖਦਾਈ ਅਗਿਆਨ ਨੂੰ ਸੱਦਾ ਦੇਣਾ ਹੈ। ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਬੋਹਥ ਸਾਗਰ ਨਹੀਂ ਵਾਟ। ਕਿ ਜਿਵੇਂ ਬਿਨਾਂ ਦਾਮ ਤੋਂ ਹੱਟੀ ਦੇ ਵਿੱਚ ਪਿਆ ਹੋਇਆ ਸੌਦਾ ਵਿਅਰਥ ਹੈ। ਜੇਕਰ ਹੱਟੀ ਹੈ, ਉਹਦੇ ਵਿੱਚ ਸੌਦਾ ਪਿਆ ਹੈ, ਪਰ ਉਸ ਸੌਦੇ ਦਾ ਕੋਈ ਦਾਮ ਹੀ ਨਹੀਂ ਹੈ, ਮੁੱਲ ਹੀ ਨਹੀਂ ਹੈ, ਤਾਂ ਉਸ ਸੌਦੇ ਦਾ ਹੋਣਾ ਵਿਅਰਥ ਹੈ। ਤੇ ਉਸੇ ਤਰ੍ਹਾਂ ਹੀ ਬਿਨ ਬੋਹਤ ਸਾਗਰ ਨਹੀਂ ਵਾਟ। ਬਿਨਾਂ ਜਹਾਜ਼ ਤੋਂ ਸਮੁੰਦਰ ਦਾ ਸਫ਼ਰ ਨਹੀਂ ਹੋ ਸਕਦਾ।
ਅਜਿਹੀ ਕਲਪਨਾ ਕਰਨਾ ਵੀ ਵਿਅਰਥ ਹੈ। ਤੇ ਬਿਲਕੁਲ ਇਸੇ ਤਰ੍ਹਾਂ ਹੀ ਬਿਨ ਗੁਰ ਸੇਵੇ ਘਾਟੇ ਘਾਟ। ਗੁਰੂ ਦੀ ਸੇਵਾ ਕੀਤੇ ਬਿਨਾਂ ਸਾਡਾ ਜੋ ਜੀਵਨ ਸਫਰ ਹੈ ਉਹਦੇ ਵਿੱਚ ਘਾਟਾ ਹੀ ਘਾਟਾ ਹੈ। ਪ੍ਰਮਾਤਮਾ ਦੇ ਨਾਮ ਰੂਪੀ ਰਾਸ ਪੂੰਜੀ ਜੋ ਉਸ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਬਣਾਉਣ ਦੇ ਵਿੱਚ ਮਦਦ ਕਰਦੀ ਹੈ, ਗੁਰੂ ਤੋਂ ਬਿਨਾਂ ਅਸੀਂ ਉਹ ਹਾਸਲ ਨਹੀਂ ਕਰ ਸਕਦੇ। ਤਿਸ ਕੋ ਵਾਹ ਵਾਹ ਜੇ ਵਾਟ ਦਿਖਾਵੈ, ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੈ, ਤਿਸ ਕੋ ਵਾਹ ਵਾਹ ਜੇ ਮੇਲ ਮਿਲਾਵੈ। ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖੋ ਜਿਹੜਾ ਸਾਨੂੰ ਉਸ ਪ੍ਰਮਾਤਮਾ ਤੱਕ ਲਿਜਾਣ ਵਾਲੇ ਰਸਤੇ ਦੀ ਦੱਸ ਪਾਵੇ, ਜਿਹੜਾ ਸਾਨੂੰ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਸੁਣਾਵੇ, ਜਿਹੜਾ ਸਾਡਾ ਮਿਲਾਪ ਉਸ ਪ੍ਰਮਾਤਮਾ ਦੇ ਨਾਲ ਕਰਾਵੇ। ਵਾਹ ਵਾਹ ਤਿਸ ਕਉ ਜਿਸ ਕਾ ਇਹ ਜੀਓ। ਉਸ ਪ੍ਰਮਾਤਮਾ ਨੂੰ ਧੰਨ ਧੰਨ ਆਖੋ ਜਿਹਦੀ ਬਖਸ਼ੀ ਹੋਈ ਸਾਡੇ ਕੋਲ ਜਿੰਦ ਹੈ। ਗੁਰ ਸ਼ਬਦੀ ਮਥ ਅੰਮ੍ਰਿਤ ਪੀਓ। ਗੁਰੂ ਦੇ ਸ਼ਬਦਾਂ ਦੇ ਰਾਹੀਂ ਉਸ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਰਿੜਕ ਕੇ ਪੀਓ। ਭਾਵ ਕਿ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਵਿਚਾਰੋ, ਉਹਦੇ ਗੁਣਾਂ ਦੀ ਸਹੀ ਵਿਚਾਰ ਕਰਕੇ ਉਹਨਾਂ ਨੂੰ ਆਪਣੇ ਅੰਦਰ ਗ੍ਰਹਿਣ ਕਰੋ। ਸਿਰਫ ਉੱਤੋਂ ਸੁਣ ਕੇ ਹੀ ਨਾ ਇਹ ਗੱਲ ਸਮਝ ਲਓ ਉਹ ਪ੍ਰਮਾਤਮਾ ਕਿੰਨਾ ਵਡਮੁੱਲਾ ਹੈ, ਕਿੰਨਾ ਵੱਡਾ ਹੈ। ਇਹ ਗੱਲ ਦਾ ਅਹਿਸਾਸ ਸਾਨੂੰ ਸਾਡੇ ਧੁਰ ਅੰਦਰ ਤੱਕ ਹੋਣਾ ਚਾਹੀਦਾ ਹੈ। ਨਾਮ ਵਡਾਈ ਤੁਧ ਭਾਣਾ ਦਿਓ। ਉਹਦੇ ਨਾਮ ਦੀ ਵਡਿਆਈ ਕਰਨ ਦਾ ਮੌਕਾ ਉਹਦੀ ਰਜ਼ਾ ਦੇ ਨਾਲ ਹੀ ਹਾਸਲ ਹੁੰਦਾ ਹੈ। ਨਾਮ ਬਿਨਾ ਕਿਉਂ ਜੀਵਾ ਮਾਏ, ਕਿ ਹੇ ਮੇਰੀ ਮਾਂ ਮੈਂ ਉਸ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਵੇਂ ਜੀਵਾਂ। ਉਹਦੇ ਨਾਮ ਤੋਂ ਬਿਨਾਂ ਮੇਰਾ ਆਤਮਿਕ ਜੀਵਨ ਹੀ ਨਹੀਂ। ਅਨ ਦਿਨ ਜਪਤ ਰਹੋ ਤੇਰੀ ਸਰਨਾਏ, ਕਿ ਮੇਰਾ ਤਾਂ ਦਿਲ ਕਰਦਾ ਹੈ ਕਿ ਹਰ ਰੋਜ਼ ਦਿਨ ਰਾਤ ਉਸ ਪ੍ਰਮਾਤਮਾ ਦਾ ਨਾਮ ਜਪਦਾ ਰਹਾਂ ਤੇ ਉਹਦੀ ਸ਼ਰਨ ਦੇ ਵਿੱਚ ਪਿਆ ਰਹਾਂ। ਨਾਨਕ ਨਾਮ ਰਤੇ ਪਤ ਪਾਏ। ਨਾਨਕ ਨੇ ਤਾਂ ਉਸ ਪ੍ਰਮਾਤਮਾ ਦੇ ਨਾਮ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਕੇ ਹੀ ਇੱਜ਼ਤ ਹਾਸਲ ਕੀਤੀ ਹੈ। ਗੌੜੀ ਮਹਿਲਾ ਪਹਿਲਾ। ਹਉਮੈ ਕਰਤ ਭੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਗੁਰੂ ਜੀ ਕਹਿੰਦੇ ਕਿ ਮੈਂ ਕਰਕੇ ਤੇ ਬਹੁਤ ਪ੍ਰਕਾਰ ਦੇ ਧਾਰਮਿਕ ਭੇਖ ਕਰਕੇ ਉਸ ਪ੍ਰਮਾਤਮਾ ਨੂੰ ਜਾਣਿਆ ਨਹੀਂ ਜਾ ਸਕਦਾ। ਕਈ ਮਨੁੱਖ ਹੁੰਦੇ ਨੇ ਜਿਹੜੇ ਬੜੇ ਧਾਰਮਿਕ ਹੁੰਦੇ ਨੇ, ਉਹ ਹਰ ਪ੍ਰਕਾਰ ਦੇ ਧਾਰਮਿਕ ਕਾਰਜ ਕਰਦੇ ਨੇ, ਪੂਜਾ ਪਾਠ ਵੀ ਕਰਦੇ ਨੇ, ਦਾਨ ਪੁੰਨ ਵੀ ਕਰਦੇ ਨੇ, ਹਵਨ ਯੱਗ ਆਦਿ ਵੀ ਕਰਾਉਂਦੇ ਨੇ, ਤੀਰਥ ਯਾਤਰਾਵਾਂ ਤੇ ਵੀ ਜਾਂਦੇ ਨੇ, ਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਨੇ ਕਿ ਮੈਂ ਵੱਡਾ ਧਰਮੀ ਹਾਂ, ਕਿ ਮੈਂ ਤੇ ਬਹੁਤ ਧਾਰਮਿਕ ਹਾਂ। ਉਹ ਲੋਕਾਂ ਨੂੰ ਗਣਾਉਣ ਲੱਗਿਆਂ ਵੀ ਦੇਰ ਨਹੀਂ ਲਾਉਂਦੇ ਕਿ ਮੈਂ ਇਹ ਯੱਗ ਕੀਤਾ, ਮੈਂ ਇਹ ਤਪ ਕੀਤਾ, ਮੈਂ ਇਸ ਤੀਰਥ ਤੇ ਨਹਾਉਣ ਗਿਆ। ਤਾਂ ਜਦੋਂ ਤੁਸੀਂ ਇਹ ਮੈਂ ਕਰਦੇ ਹੋ ਤਾਂ ਉਹ ਧਾਰਮਿਕ ਭੇਖ ਜਿਹੜੇ ਕੀਤੇ ਨੇ ਉਸ ਪ੍ਰਮਾਤਮਾ ਦੇ ਨਾਲ ਸਾਂਝ ਕਾਇਮ ਕਰਨ ਦੇ ਲਈ, ਉਹਨਾਂ ਸਾਰਿਆਂ ਦਾ ਅਸਰ ਖਤਮ ਹੋ ਜਾਂਦਾ ਹੈ। ਹੁਣ ਇੱਥੇ ਇਹ ਵੀ ਨਹੀਂ ਹੈ ਕਿ ਜੇਕਰ ਤੁਸੀਂ ਮੈਂ ਨਹੀਂ ਕਰੋਗੇ ਤੇ ਉਹਨਾਂ ਧਾਰਮਿਕ ਭੇਖਾਂ ਦੇ ਰਾਹੀਂ ਤੁਸੀਂ ਉਸ ਪ੍ਰਮਾਤਮਾ ਨੂੰ ਜਾਣ ਪਾਓਗੇ। ਪਹਿਲਾਂ ਵੀ ਆਪਾਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ। ਗੁਰੂ ਜੀ ਨੇ ਸਾਨੂੰ ਵਾਰ-ਵਾਰ ਸਮਝਾਇਆ ਹੈ ਕਿ ਜੋ ਧਾਰਮਿਕ ਕਰਮਕਾਂਡ ਹਨ ਉਹਨਾਂ ਦੇ ਰਾਹੀਂ ਅਸੀਂ ਪ੍ਰਮਾਤਮਾ ਨਾਲ ਨਹੀਂ ਜੁੜ ਸਕਦੇ। ਉਹ ਸਾਨੂੰ ਮੁੜ-ਮੁੜ ਸਾਡੀ ਹਉਮੈ ਨਾਲ ਹੀ ਜੋੜਦੇ ਨੇ, ਉਹ ਮੁੜ-ਮੁੜ ਸਾਨੂੰ ਸੰਸਾਰ ਨਾਲ ਹੀ ਜੋੜਦੇ ਨੇ। ਕੋਈ ਵੀ ਮਨੁੱਖ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਕਾਰਜ ਸਿਰਫ ਉਸ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਦੇ ਲਈ ਜਾਂ ਉਹਦੇ ਨਾਲ ਸਾਂਝ ਪਾਉਣ ਦੇ ਲਈ ਨਹੀਂ ਕਰਦਾ। ਜੇਕਰ ਕੋਈ ਮਨੁੱਖ ਕਿਸੇ ਪ੍ਰਕਾਰ ਦਾ ਧਾਰਮਿਕ ਕਾਰਜ ਕਰਦਾ ਹੈ ਤਾਂ ਉਹਦੇ ਪਿੱਛੇ ਇੱਕ ਦੁਨਿਆਵੀ ਲਾਲਸਾ ਜ਼ਰੂਰ ਹੁੰਦੀ ਹੈ। ਕੋਈ ਬੰਦਾ ਪਾਠ ਕਰਾਉਂਦਾ ਹੈ ਤਾਂ ਉਹਦੇ ਪਿੱਛੇ ਇੱਕ ਸੁਖਣਾ ਹੁੰਦੀ ਹੈ ਕਿ ਹੇ ਪ੍ਰਮਾਤਮਾ ਮੇਰਾ ਇਹ ਕੰਮ ਬਣ ਜਾਏ। ਇਸੇ ਤਰ੍ਹਾਂ ਹੀ ਜਿਹੜੇ ਲੋਕ ਦਾਨ ਪੁੰਨ ਕਰਦੇ ਨੇ, ਇੱਕ ਹੁੰਦੇ ਨੇ ਜਿਹੜੇ ਮਨੁੱਖਤਾ ਦੇ ਲਈ ਦਾਨ ਪੁੰਨ ਕਰਦੇ ਨੇ, ਦੂਸਰੇ ਹੁੰਦੇ ਨੇ ਜਿਹੜੇ ਧਾਰਮਿਕ ਕਾਰਜ ਦੇ ਤੌਰ ਤੇ ਦਾਨ ਪੁੰਨ ਕਰਦੇ ਨੇ। ਸੋ ਜਿਹੜੇ ਧਾਰਮਿਕ ਕਾਰਜ ਦੇ ਤੌਰ ਤੇ ਦਾਨ ਪੁੰਨ ਕਰਦੇ ਨੇ ਉਹਨਾਂ ਦੀ ਸੋਚ ਇਹ ਹੁੰਦੀ ਹੈ ਕਿ ਜਿੰਨਾ ਅਸੀਂ ਦਾਨ ਕਰਾਂਗੇ ਉਨਾ ਸਾਨੂੰ ਵੱਧ ਆਵੇਗਾ, ਉਨੀ ਧਨ ਦੌਲਤ ਅਸੀਂ ਵੱਧ ਕਮਾਵਾਂਗੇ। ਤਾਂ ਉਹਨਾਂ ਦੀ ਦਾਨ ਪੁੰਨ ਵਾਲੀ ਧਾਰਮਿਕ ਪ੍ਰਕਿਰਿਆ ਦੇ ਪਿੱਛੇ ਵੀ ਕਿਤੇ ਨਾ ਕਿਤੇ ਦੁਨਿਆਵੀ ਲਾਲਸਾ ਛੁਪੀ ਹੁੰਦੀ ਹੈ। ਜਗ ਹਵਨ ਆਦਿਕ ਕਰਾਏ ਜਾਂਦੇ ਨੇ ਤਾਂ ਇੱਕ ਤਰ੍ਹਾਂ ਨਾਲ ਉਸ ਪ੍ਰਮਾਤਮਾ ਦੇ ਨਾਲ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਅੱਜ ਕੱਲ੍ਹ ਮੇਰਾ ਖਿਆਲ ਹੈ ਇਹ ਰੁਝਾਨ ਥੋੜ੍ਹਾ ਜਿਹਾ ਘਟ ਗਿਆ ਹੈ ਸਿੱਖ ਧਰਮ ਦੇ ਵਿੱਚ ਤੇ ਸ਼ਾਇਦ ਹਿੰਦੂ ਧਰਮ ਦੇ ਵਿੱਚ ਵੀ। ਪਰ ਅੱਜ ਤੋਂ 10 ਕੁ ਸਾਲ ਪਹਿਲਾਂ ਤੱਕ ਪਿੰਡਾਂ ਦੇ ਵਿੱਚ ਆਮ ਹੀ ਚੌਲਾਂ ਵਗੈਰਾ ਦੇ ਜੱਗ ਕੀਤੇ ਜਾਂਦੇ ਸੀ ਗਰਮੀਆਂ ਦੇ ਦਿਨਾਂ ਦੇ ਵਿੱਚ, ਤਾਂ ਕਿ ਮੀਂਹ ਪੈ ਸਕੇ। ਤਾਂ ਉੱਥੇ ਵੀ ਉਸ ਪ੍ਰਮਾਤਮਾ ਦੇ ਨਾਲ ਇੱਕ ਪ੍ਰਕਾਰ ਦੀ ਸੌਦੇਬਾਜ਼ੀ ਕੀਤੀ ਜਾਂਦੀ ਸੀ। ਪਰ ਭੋਲੀ ਦੁਨੀਆ ਇਹ ਨਹੀਂ ਸਮਝਦੀ ਕਿ ਉਹ ਪ੍ਰਮਾਤਮਾ ਇਸ ਪ੍ਰਕਾਰ ਦੀਆਂ ਸੌਦੇਬਾਜ਼ੀਆਂ ਤੋਂ ਬਹੁਤ ਉੱਪਰ ਹੈ। ਉਹਨੂੰ ਸਾਡੇ ਕੀਤੇ ਹੋਏ ਇਹਨਾਂ ਕਾਰਜਾਂ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਪ੍ਰਮਾਤਮਾ ਨੂੰ ਤੇ ਇਹ ਵੀ ਫਰਕ ਨਹੀਂ ਪੈਂਦਾ ਕਿ ਅਸੀਂ ਉਹਨੂੰ ਯਾਦ ਕਰੀਏ ਜਾਂ ਨਾ ਕਰੀਏ। ਉਹ ਤੇ ਬਹੁਤ ਅਸੀਮ, ਬਹੁਤ ਅਪਾਰ ਹਸਤੀ ਹੈ। ਉਸ ਪ੍ਰਮਾਤਮਾ ਨੂੰ ਯਾਦ ਅਸੀਂ ਆਪਣੇ ਲਈ ਕਰਨਾ ਹੈ, ਆਪਣੇ ਮਨ ਦੀ ਸ਼ਾਂਤੀ ਦੇ ਲਈ ਕਰਨਾ ਹੈ। ਸੋ ਅੱਗੇ ਚੱਲਦੇ ਹਾਂ। ਗੁਰੂ ਜੀ ਕਹਿੰਦੇ ਨੇ, ਹਉਮੈ ਕਰਤ ਭੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਕਿ ਕੋਈ ਵਿਰਲਾ ਹੀ ਗੁਰਮੁਖ ਭਗਤ ਹੁੰਦਾ ਹੈ, ਗੁਰੂ ਦੇ ਲੜ ਲੱਗਿਆ ਹੋਇਆ ਸੇਵਕ ਹੁੰਦਾ ਹੈ, ਜਿਹਦੇ ਮਨ ਦੇ ਵਿੱਚ ਉਸ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਜਾਗਦਾ ਹੈ, ਜਿਹਦਾ ਮਨ ਇਸ ਗੱਲ ਦੇ ਵਿੱਚ ਮੰਨ ਜਾਂਦਾ ਹੈ ਕਿ ਉਹ ਪ੍ਰਮਾਤਮਾ ਹੀ ਸਭ ਤੋਂ ਸ਼ਕਤੀਸ਼ਾਲੀ ਹੈ। ਹਉ ਹਉ ਕਰਤ ਨਹੀਂ ਸੱਚ ਪਾਈਐ, ਹਉਮੈ ਜਾਏ ਪਰਮ ਪਦ ਪਾਈਐ ਰਹਾਉ। ਮੈਂ ਕਰਕੇ ਕਦੇ ਵੀ ਸੱਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਉਹ ਪ੍ਰਮਾਤਮਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੇ ਸਾਡੇ ਅੰਦਰੋਂ ਹਉਮੈ ਜਾਏਗੀ ਤਾਂ ਹੀ ਅਸੀਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਸਕਾਂਗੇ। ਹਉਮੈ ਕਰ ਰਾਜੇ ਬਹੁ ਧਾਵੇ, ਹਉਮੈ ਖਪੇ ਜਨਮ ਮਰ ਆਵੇ। ਆਪਣੀ ਹਉਮੈ ਦੇ ਵਿੱਚ ਆ ਕੇ ਰਾਜੇ ਇੱਕ ਦੂਜੇ ਦੇ ਮੁਲਕਾਂ ਦੇ ਉੱਪਰ ਧਾਵੇ ਬੋਲਦੇ ਨੇ। ਜੇ ਇੱਕ ਰਾਜੇ ਦਾ ਆਪਣਾ ਕੁਛ ਰਾਜ ਹੈ ਜਿਹੜਾ ਸਹੀ ਢੰਗ ਦੇ ਨਾਲ ਚੱਲ ਰਿਹਾ ਹੈ, ਉੱਥੋਂ ਦੇ ਲੋਕ ਖੁਸ਼ ਨੇ, ਤਾਂ ਉਹਨੂੰ ਕੀ ਲੋੜ ਹੈ ਦੂਜੇ ਮੁਲਕਾਂ ਨੂੰ ਆਪਣੇ ਵਿੱਚ ਰਲਾਉਣ ਦੀ। ਉੱਥੇ ਸਿਰਫ ਤੇ ਸਿਰਫ ਇੱਕੋ ਹੀ ਸੋਚ ਕੰਮ ਕਰਦੀ ਹੈ, ਜਾਂ ਤੇ ਇਹ ਕਿ ਦੂਜੇ ਮੁਲਕ ਦੇ ਕੋਲ ਕੁਝ ਅਜਿਹੇ ਸੰਸਾਧਨ ਨੇ ਜਿਨ੍ਹਾਂ ਤੋਂ ਉਹਦੇ ਤੇ ਧਾਵਾ ਕਰਨ ਵਾਲਾ ਰਾਜਾ ਫਾਇਦਾ ਲੈਣਾ ਚਾਹੁੰਦਾ ਹੈ, ਤੇ ਜਾਂ ਜ਼ਿਆਦਾਤਰ ਇਹ ਸੋਚ ਹੁੰਦੀ ਹੈ ਕਿ ਉਹਦੀ ਹਉਮੈ ਨੂੰ ਬਲ ਦੇਣਾ ਹੁੰਦਾ ਹੈ। ਉਹਦੇ ਅੰਦਰ ਚੌਧਰ ਦੀ ਇੱਕ ਲਾਲਸਾ ਹੁੰਦੀ ਹੈ, ਪਾਵਰ ਦੀ, ਸ਼ਕਤੀ ਦੀ ਇੱਕ ਤਾਂਘ ਹੁੰਦੀ ਹੈ ਕਿ ਜਿੱਡਾ ਵੱਡਾ ਮੇਰਾ ਰਾਜ ਹੋਏਗਾ ਓਡਾ ਵੱਡਾ ਮੈਂ ਰਾਜਾ ਖਵਾਵਾਂਗਾ। ਉਹ ਹਉਮੈ ਹੁੰਦੀ ਹੈ। ਤੇ ਉਹੀ ਗੱਲ ਗੁਰੂ ਜੀ ਕਹਿੰਦੇ ਹਨ ਕਿ ਹਉਮੈ ਕਰ ਰਾਜੇ ਬਹੁ ਧਾਵੇ, ਕਿ ਆਪਣੇ ਹਉਮੈ ਕਰਕੇ ਰਾਜੇ ਇੱਕ ਦੂਜੇ ਦੇ ਮੁਲਕਾਂ ਦੇ ਉੱਪਰ ਹਮਲੇ ਕਰਦੇ ਨੇ, ਧਾਵੇ ਬੋਲਦੇ ਨੇ। ਹਉਮੈ ਖਪੇ ਜਨਮ ਮਰ ਆਵੇ, ਤੇ ਨਤੀਜਾ ਇਹ ਹੁੰਦਾ ਹੈ ਕਿ ਆਪਣੀ ਹਉਮੈ ਕਾਰਨ ਸਾਰੀ ਜ਼ਿੰਦਗੀ ਖਪਦੇ ਰਹਿੰਦੇ ਨੇ, ਜਿਉਂਦੇ ਮਰਦੇ ਰਹਿੰਦੇ ਨੇ, ਆਉਂਦੇ ਜਾਂਦੇ ਰਹਿੰਦੇ ਨੇ। ਕਿਸੇ ਜੰਗ ਦੇ ਵਿੱਚ ਜਿੱਤ ਹੋ ਗਈ ਤਾਂ ਉਹਨੂੰ ਲੱਗਦਾ ਹੈ ਕਿ ਮੇਰਾ ਜਨਮ ਹੋ ਗਿਆ ਹੈ, ਖੁਸ਼ ਹੋ ਜਾਂਦੇ ਨੇ। ਤੇ ਅਗਲੀ ਕਿਸੇ ਜੰਗ ਦੇ ਵਿੱਚ ਹਾਰ ਹੋ ਜਾਵੇ ਤਾਂ ਦੁਖੀ ਹੋ ਕੇ ਮਰ ਵੀ ਜਾਂਦੇ ਨੇ। ਸੋ ਇਹ ਜਨਮ ਮਰਨ ਦਾ ਗੇੜ ਉਹਨਾਂ ਦਾ ਚੱਲਦਾ ਰਹਿੰਦਾ ਹੈ। ਹਉਮੈ ਨਿਵਰੈ ਗੁਰ ਸ਼ਬਦ ਵਿਚਾਰੈ, ਚੰਚਲ ਮਤ ਤਿਆਗੈ ਪੰਚ ਸੰਘਾਰੈ। ਇਹ ਜੋ ਸਾਡੀ ਮੈਂ ਹੈ, ਹਉਮੈ ਹੈ, ਗੁਰੂ ਦੇ ਸ਼ਬਦਾਂ ਨੂੰ ਵਿਚਾਰ ਕੇ ਉਹਨਾਂ ਨੂੰ ਆਪਣੇ ਗਿਆਨ ਮੰਡਲ ਦੇ ਵਿੱਚ ਟਿਕਾ ਕੇ ਦੂਰ ਕੀਤੀ ਜਾ ਸਕਦੀ ਹੈ। ਅਸੀਂ ਆਪਣੀ ਹਉਮੈ ਨੂੰ ਖਤਮ ਕਰ ਸਕਦੇ ਹਾਂ। ਆਪਣਾ ਜੋ ਚੰਚਲ ਮਨ ਹੈ, ਦੁਰਮਤ ਹੈ, ਉਹਨੂੰ ਤਿਆਗ ਸਕਦੇ ਹਾਂ, ਤੇ ਪੰਜ ਵਿਕਾਰ ਨੇ ਜਿਹੜੇ ਉਹਨਾਂ ਨੂੰ ਵੀ ਖਤਮ ਕਰ ਸਕਦੇ ਹਾਂ ਗੁਰੂ ਦੇ ਸ਼ਬਦਾਂ ਦੇ ਰਾਹੀਂ, ਗੁਰੂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ। ਅੰਤਰ ਸਾਚ ਸਹਿਜ ਘਰ ਆਵੈ, ਰਾਜਨ ਜਾਣ ਪਰਮਗਤ ਪਾਵੈ। ਜਿਹੜਾ ਮਨੁੱਖ ਆਪਣੇ ਅੰਦਰੋਂ ਉਸ ਪ੍ਰਮਾਤਮਾ ਨੂੰ ਵਸਦੇ ਹੋਏ ਨੂੰ ਮਹਿਸੂਸ ਕਰ ਲੈਂਦਾ ਹੈ, ਆਪਣੇ ਅੰਦਰ ਉਸ ਸੱਚ ਦੇ ਵਾਸ ਨੂੰ ਪਛਾਣ ਲੈਂਦਾ ਹੈ, ਉਹਦੇ ਹਿਰਦੇ ਦੇ ਵਿੱਚ ਸਹਿਜ ਆ ਜਾਂਦਾ ਹੈ। ਉਹਦੀ ਆਤਮਿਕ ਅਵਸਥਾ ਸਥਿਰਤਾ ਵਾਲੀ, ਅਡੋਲਤਾ ਵਾਲੀ ਹੋ ਜਾਂਦੀ ਹੈ। ਸ੍ਰਿਸ਼ਟੀ ਦੇ ਰਾਜੇ ਉਸ ਪ੍ਰਮਾਤਮਾ ਨੂੰ ਜਾਣ ਕੇ ਉਹ ਮਨੁੱਖ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ। ਸੱਚ ਕਰਨੀ ਗੁਰ ਭਰਮ ਚੁਕਾਵੈ। ਗੁਰੂ ਜਿਸ ਮਨੁੱਖ ਦੇ ਭਰਮ ਚੁਕਾ ਦਿੰਦਾ ਹੈ, ਭਰਮਾਂ ਨੂੰ ਖਤਮ ਕਰ ਦਿੰਦਾ ਹੈ, ਉਹਦੀਆਂ ਭਟਕਣਾਂ ਨੂੰ ਖਤਮ ਕਰ ਦਿੰਦਾ ਹੈ,
परमात्मा का नाम ਉਹਦੀ ਨਿਤ ਦੀ ਕਰਨੀ ਬਣ ਜਾਂਦਾ ਹੈ, ਨਿਤ ਦਾ ਕਰਮ ਬਣ ਜਾਂਦਾ ਹੈ। ਤੇ ਫਿਰ ਉਹ ਮਨੁੱਖ ਨਿਰਭਉ ਕੈ ਘਰ ਤਾੜੀ ਲਾਵੈ। ਉਸ ਨਿਰਭਉ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸੁਰਤ ਜੋੜੀ ਰੱਖਦਾ ਹੈ। ਹਉ ਹਉ ਕਰ ਮਰਨਾ ਕਿਆ ਪਾਵੈ। ਗੁਰੂ ਜੀ ਕਹਿੰਦੇ ਕਿ ਜੀਵ ਮੈਂ ਕਰਦਾ ਆਤਮਕ ਮੌਤੇ ਮਰਦਾ ਹੈ ਤੇ ਅਖੀਰ ਨੂੰ ਸਰੀਰਕ ਮੌਤ ਵੀ ਮਰ ਜਾਂਦਾ ਹੈ। ਪਾਉਂਦਾ ਕੀ ਹੈ, ਹਾਸਲ ਕੀ ਕਰਦਾ ਹੈ। ਸਾਰੀ ਜ਼ਿੰਦਗੀ ਮੈਂ ਕਰਦੇ ਨੇ ਗੁਜ਼ਾਰ ਲਈ, ਹਾਸਲ ਕੀ ਕੀਤਾ। ਕੀ ਕਦੇ ਜ਼ਿੰਦਗੀ ਦੇ ਵਿੱਚ ਸਕੂਨ ਦੇ ਕੋਈ ਪਲ ਬਿਤਾਏ। ਹਉ ਹਉ ਕਰ ਮਰਨਾ ਕਿਆ ਪਾਵੈ। ਪੂਰਾ ਗੁਰ ਭੇਟੇ ਸੋ ਝਗਰ ਚੁਕਾਵੈ। ਜਦੋਂ ਅਸੀਂ ਸੰਪੂਰਨ ਗੁਰੂ ਨੂੰ ਭੇਟਦੇ ਹਾਂ, ਉਹਦੀ ਸੇਵਾ ਕਰਦੇ ਹਾਂ, ਉਹਦੀ ਭਗਤੀ ਕਰਦੇ ਹਾਂ, ਤਾਂ ਮਾਨਸਿਕ ਝਗੜਿਆਂ ਨੂੰ ਮੁਕਾ ਪਾਉਂਦੇ ਹਾਂ। ਮਨ ਦੇ ਵਿੱਚ ਕੋਈ ਕਲੇਸ਼ ਨਹੀਂ ਰਹਿ ਜਾਂਦੇ। ਜੇਤੀ ਹੈ ਤੇਤੀ ਕਿਹੋ ਨਾਹੀਂ। ਆਪਣੀ ਹਉਮੈ ਦੇ ਪਿੱਛੇ ਲੱਗ ਕੇ ਮਾਇਆ ਦੀ ਇਹ ਜੋ ਭੱਜ ਦੌੜ ਹੈ, ਗੁਰੂ ਜੀ ਕਹਿੰਦੇ ਇਹ ਕੁਝ ਵੀ ਨਹੀਂ। ਉਸ ਪ੍ਰਮਾਤਮਾ ਦੇ ਨਾਮ ਦੇ ਮੁਕਾਬਲੇ ਦੇ ਵਿੱਚ ਇਹ ਮਾਇਆ ਦੀ ਭੱਜ ਦੌੜ ਕੁਝ ਵੀ ਨਹੀਂ। ਇਹਦੇ ਤੋਂ ਜੋ ਤੁਹਾਨੂੰ ਕੁਝ ਪਲਾਂ ਦਾ ਸੁੱਖ ਮਿਲਦਾ ਹੈ, ਉਸ ਪ੍ਰਮਾਤਮਾ ਦੇ ਨਾਮ 'ਚੋਂ ਮਿਲਣ ਵਾਲੇ ਸੁੱਖ ਦੇ ਮੁਕਾਬਲੇ 'ਚ ਇਹ ਕੁਝ ਵੀ ਨਹੀਂ, ਬਹੁਤ ਥੋੜ੍ਹਾ ਹੈ। ਇਹ ਤਾਂ ਤੁਹਾਨੂੰ ਕੁਝ ਪਲਾਂ ਦੇ ਲਈ ਮਿਲਦਾ। ਜੇ ਤੁਸੀਂ ਪ੍ਰਮਾਤਮਾ ਦੇ ਨਾਲ ਸਾਂਝ ਬਣਾ ਲਵੋ ਤਾਂ ਸਦਾ ਹੀ ਆਨੰਦ ਦੀ ਅਵਸਥਾ ਦੇ ਵਿੱਚ ਰਹਿੰਦੇ ਹੋ। ਦੁਨਿਆਵੀ ਘਾਟੇ ਵਾਧੇ ਨਫੇ ਨੁਕਸਾਨ ਤੁਹਾਨੂੰ ਤੰਗ ਹੀ ਨਹੀਂ ਕਰਦੇ, ਤੁਹਾਡੇ ਤੇ ਉਹਨਾਂ ਦਾ ਅਸਰ ਹੀ ਕੋਈ ਨਹੀਂ ਹੁੰਦਾ। ਪਰ ਇਹ ਗੱਲਾਂ ਗੁਰੂ ਤੋਂ ਹਾਸਲ ਹੁੰਦੀਆਂ ਨੇ। ਗੁਰਮੁਖ ਗਿਆਨ ਭੇਟ ਗੁਣਗਾਹੀ। ਗੁਰੂ ਤੋਂ ਗਿਆਨ ਲੈ ਕੇ ਉਸ ਪ੍ਰਮਾਤਮਾ ਦੀ ਭਗਤੀ ਕਰੋ, ਉਹਦੀ ਸਿਫਤ ਸਲਾਹ ਕਰੋ, ਉਹਦੇ ਗੁਣ ਗਾਓ। ਹਉਮੈ ਬੰਧਨ ਬੰਧ ਭਵਾਵੈ। ਜੋ ਹਉਮੈ ਹੈ ਉਹ ਸਾਨੂੰ ਮੋਹ ਦਿਆਂ ਬੰਧਨਾਂ ਦੇ ਵਿੱਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਦੇ ਵਿੱਚ ਭਵਾਉਂਦੀ ਰਹਿੰਦੀ ਹੈ। ਨਾਨਕ ਰਾਮ ਭਗਤ ਸੁਖ ਪਾਵੈ। ਹੇ ਨਾਨਕ, ਉਸ ਰਾਮ ਦਾ ਭਗਤ, ਉਸ ਪ੍ਰਮਾਤਮਾ ਦਾ ਸੇਵਕ ਸੁਖ ਪ੍ਰਾਪਤੀ ਕਰਦਾ ਹੈ, ਅਸਲੀ ਆਨੰਦ ਨੂੰ ਪਾਉਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 226ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਫੇਰ ਗੁਰੂ ਜੀ ਨੇ ਸਾਨੂੰ ਦੁਨਿਆਵੀ ਮੋਹ ਤੋਂ ਉੱਪਰ ਉੱਠ ਕੇ ਉਸ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਪੈਣ ਦੀ ਹਦਾਇਤ ਕੀਤੀ ਹੈ। ਉਹ ਗੁਰੂ ਜੋ ਸਾਨੂੰ ਉਸ ਪ੍ਰਮਾਤਮਾ ਦੇ ਜਗ ਤੱਕ ਜਾਣ ਵਾਲਾ ਰਸਤਾ ਦਿਖਾਉਂਦਾ ਹੈ, ਉਹਦੀ ਵਾਹ ਵਾਹ ਕਰਨ ਨੂੰ ਕਿਹਾ ਹੈ। ਆਪਣੀ ਹਉਮੈ ਨੂੰ ਦੂਰ ਕਰਨ ਵਾਸਤੇ ਕਿਹਾ ਹੈ। 226ਵੇਂ ਅੰਗ ਤੇ ਵਿਰਾਜਮਾਨ ਦੂਸਰਾ ਜੋ ਸ਼ਬਦ ਹੈ ਉਹ ਸੰਪੂਰਨ ਤੌਰ ਤੇ ਹਉਮੈ ਦੀ ਹੀ ਗੱਲ ਕਰਦਾ ਹੈ। ਉਸ ਪੂਰੇ ਸ਼ਬਦ ਦੇ ਵਿੱਚ ਸਾਨੂੰ ਆਪਣੀ ਹਉਮੈ ਨੂੰ ਦੂਰ ਕਰਨ ਦੀ ਹਦਾਇਤ ਕੀਤੀ ਗਈ ਹੈ। ਨਾਲ ਨਾਲ ਸਾਨੂੰ ਦੱਸਿਆ ਵੀ ਗਿਆ ਹੈ ਕਿ ਕਿਵੇਂ ਹਉਮੈ ਸਾਨੂੰ ਤੰਗ ਕਰਦੀ ਹੈ, ਜਨਮ ਮਰਨ ਦੇ ਬੰਧਨਾਂ ਦੇ ਵਿੱਚ ਬੰਨ੍ਹੀ ਰੱਖਦੀ ਹੈ। ਤੇ ਨਾਲ ਹੀ ਗੁਰੂ ਜੀ ਨੇ ਸਾਨੂੰ ਇਹ ਵੀ ਦੱਸਿਆ ਹੈ ਕਿ ਜੋ ਧਾਰਮਿਕ ਭੇਖ ਹਨ, ਧਾਰਮਿਕ ਕਰਮ ਕਾਂਡ ਹਨ, ਉਹਨਾਂ ਦੇ ਨਾਲ ਪ੍ਰਮਾਤਮਾ ਨੂੰ ਜਾਣਿਆ ਜਾਂ ਉਹਦੇ ਨਾਲ ਸਾਂਝ ਕਾਇਮ ਨਹੀਂ ਕੀਤੀ ਜਾ ਸਕਦੀ। ਉਹਨੂੰ ਪਛਾਣਨ ਦੇ ਲਈ ਆਪਣੇ ਅੰਦਰ ਝਾਕਣਾ ਪੈਂਦਾ ਹੈ, ਉਹਦੀ ਹੋਂਦ ਨੂੰ ਮੰਨਣਾ ਪੈਂਦਾ ਹੈ, ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਉਹਨੂੰ ਮਹਿਸੂਸ ਕਰਨਾ ਪੈਂਦਾ ਹੈ। ਸੋ ਇੱਥੇ ਹੀ ਅੱਜ ਦੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।